ਭੈਰਵ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਆਚ ਪਦਾਰਥ ਗੁਰਮੁਖ ਲਹੋ। ਇਹ ਭਾਈ ਸੱਚਾ ਨਾਮ ਰੂਪ ਪਦਾਰਥ ਮੁਖੀ ਗੁਰਾਂ ਦੁਆਰਾ ਪ੍ਰਾਪਤ ਕਰੋ। ਰੱਬ ਕਾ ਭਾਣਾ ਸਤਿਕਾਰ ਸਹਾਹੋ। ਪਰਮਾਤਮਾ ਦਾ ਹੁਕਮ ਸੱਚਾ ਮਨ ਕਰਕੇ ਸਹਾਰਨਾ ਕਰੋ। ਜੀਵਤ 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 ਰਹੋ। ਇਹ ਭਾਈ ਫਿਰ ਤੁਸੀਂ ਤਿੰਨਾਂ ਕਾਲਾਂ ਦੇ ਵਿੱਚ ਜਿਉਂਦੇ ਰਹੋ, ਜਿਉਂਦੇ ਰਹੋ, ਜਿਉਂਦੇ ਰਹੋ। ਇਸੇ ਪ੍ਰਕਾਰ ਜੀਵਤ 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 ਰਹੋ। ਜੀਵਤ ਭਾਵ ਨੂੰ ਤਿਆਗ ਕੇ ਜੀਵਨ ਸਰੂਪ ਪ੍ਰਭੂ ਨੂੰ ਪਾ ਕੇ ਸਦਾ ਹੀ ਜਿਉਂਦੇ ਰਹੋ। ਰਾਮ ਰਸਾਇਣ ਨਿਤ ਉਠ ਪੀਵਹੁ। ਰਸਾਂ ਦੇ ਘਰ ਰਾਮ ਪਰਮਾਤਮਾ ਦੇ ਨਾਮ ਨੂੰ ਨਿਤ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਪੀਣਾ ਕਰੋ। ਹਰ 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 ਰਸਨਾ ਕਹਾਹੋ। ਹਰੇਕ ਦੇ ਪਾਪਾਂ ਨੂੰ ਹਰਨ ਵਾਲੇ ਅਤੇ ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਜ਼ਬਾਨ ਦੁਆਰਾ ਕਹਿਣਾ ਕਰੋ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕਲ ਯੁਗ ਮਹਿ ਇਕ ਨਾਮ ਉਧਾਰ। ਇਸ ਕਲ ਯੁਗ ਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਪਾਰ ਉਤਾਰਾ ਕਰਨ ਵਾਲਾ ਹੈ। ਨਾਨਕ ਬੋਲੇ ਬ੍ਰਹਮ ਵਿਚਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਪਰਮਾਤਮਾ ਦੀ ਪ੍ਰਾਪਤੀ ਵਾਲੀ ਵਿਚਾਰ ਨੂੰ ਹੀ ਬੋਲੇ ਕਥਨ ਕਰਦੇ ਹਾਂ। ਭੈਰਵ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਗਲਾ ਸ਼ਬਦ ਉਚਾਰ ਰਹੇ ਨੇ। ਸਤਿਗੁਰ ਸੇਵ ਸਰਬ ਫਲ ਪਾਏ। ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਨਾ ਕੀਤਾ ਹੈ ਉਹਨਾਂ ਨੇ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਪਾ ਲਏ ਹਨ। ਜਨਮ ਜਨਮ ਕੀ ਮੈਲ ਮਿਟਾਏ। ਅਤੇ ਜਨਮਾਂ ਜਨਮਾਤਰਾਂ ਦੇ ਪਾਪਾਂ ਰੂਪੀ ਮਲੀਨਤਾਈ ਉਹ ਗੁਰਮੁਖ ਮੇਟ ਲੈਂਦੇ ਹਨ। ਪਤਤ ਪਾਵਨ ਪ੍ਰਭ ਤੇਰੋ ਨਾਮ। हे ਪ੍ਰਭੂ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨੇ ਵਾਲਾ ਹੈ। ਪੂਰਬ ਕਰਮ ਲਿਖੇ ਗੁਣ ਗਾਓ। ਜਿਨ੍ਹਾਂ ਦੇ ਪੂਰਬਲੇ ਨਿਸ਼ਕਾਮ ਕਰਮ ਲਿਖੇ ਹੋਏ ਨੇ ਉਹ ਇਸ ਮਨੁੱਖਾ ਜਨਮ ਨੂੰ ਪਾ ਕੇ ਤੇਰੇ ਗੁਣ ਗਾਉਂਦੇ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਾਧੂ ਸੰਗ ਹੋਵੇ ਉਧਾਰ। ਉਹਨਾਂ ਦਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਸੰਸਾਰ ਤੋਂ ਪਾਰ ਉਤਾਰਾ ਹੁੰਦਾ ਹੈ। ਸੋਭਾ ਪਾਵੈ ਪ੍ਰਭ ਕੈ ਦੁਆਰ। हे ਪ੍ਰਭੂ ਆਪ ਜੀ ਦੇ ਸਤ ਸੰਗਤ ਸੱਚਖੰਡ ਰੂਪੀ ਦਰ ਦੇ ਵਿੱਚ ਜਾ ਕੇ ਉਹ ਸੋਭਾ ਵਡਿਆਈ ਪਾਉਂਦੇ ਹਨ।
ਸਰਬ ਕਲਿਆਣ ਚਰਨ ਪ੍ਰਭ ਸੇਵਾ। हे परमात्मा तेरे चरਨਾਂ ਦੀ ਸੇਵਾ ਟਹਿਲ ਭਗਤੀ ਕਰਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਜਾਂ ਸਭ ਪ੍ਰਕਾਰ ਦੀਆਂ ਕਲਿਆਣ ਮੁਕਤੀਆਂ ਪ੍ਰਾਪਤ ਹੁੰਦੀਆਂ ਹਨ। ਪੂਰ ਬਚ ਹੈ ਸਭ ਸੁਰ ਨਰ ਦੇਵਾ। ਇਸ ਲਈ ਸੁਰ ਦੇਵੀ ਸੰਬੁਦਾ ਵਾਲੇ ਨਰ ਮਨੁੱਖ ਅਤੇ ਦੇਵਾ ਦੇਵਤੇ ਜਾਂ ਸੁਰ ਛੋਟੇ ਦੇਵਤੇ ਨਰ ਬਹਾਦਰ ਅਤੇ ਦੇਵਾ ਵੱਡੇ ਦੇਵਤੇ ਸਾਰੇ ਹੀ ਤੇਰੀ ਚਰਨ ਧੂੜੀ ਚਾਹੁੰਦੇ ਹਨ। ਨਾਨਕ ਪਾਇਆ ਨਾਮ ਨਿਧਾਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ हे ਪ੍ਰਭੂ ਅਸੀਂ ਗੁਰਾਂ ਦੁਆਰਾ ਤੇਰੇ ਨਾਮ ਦੇ ਖਜ਼ਾਨੇ ਨੂੰ ਪਾਉਣਾ ਕੀਤਾ ਹੈ। ਹਰ ਜਪ ਜਪ ਉਦਰਿਆ ਸਗਲ ਜਹਾਨ। हे ਹਰੀ ਪ੍ਰਭੂ ਤੇਰੇ ਇਸ ਨਾਮ ਦੇ ਖਜ਼ਾਨੇ ਨੂੰ ਸਿਮਰ ਸਿਮਰ ਕੇ ਸਾਰਾ ਸੰਸਾਰ ਪਾਰ ਹੋ ਰਿਹਾ ਹੈ। ਮਹਲਾ ਪੰਜਵਾ। ਇਹ ਭੈਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਪਾਵਨ ਸ਼ਬਦ ਸੁਲਹੀ ਖਾਨ ਦੇ ਚੜ੍ਹ ਕੇ ਆਉਣ ਤੇ ਆਵੇ ਵਿੱਚ ਉਲਸ ਕੇ ਮਰ ਜਾਣ ਦੀ ਖਬਰ ਸੁਣ ਕੇ ਸਿੱਖ ਸੰਗਤਾਂ ਨੂੰ ਪਰਮਾਤਮਾ ਦੇ ਭਰੋਸਾ ਦ੍ਰਿੜ ਕਰਵਾਉਂਦਿਆਂ ਰੱਖਿਆ ਲਈ ਉਚਾਰਨ ਕਰ ਰਹੇ ਹਨ। ਆਪਣੇ ਦਾਸ ਕਉ ਕੰਠ ਲਗਾਵੈ। हे ਭਾਈ ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲੇ ਨਾਲ ਲਗਾਉਣਾ ਕਰਦਾ ਹੈ। ਨਿੰਦਕ ਕਉ ਅਗਨ ਮਹਿ ਪਾਵੈ। ਨਿੰਦਿਆ ਕਰਨ ਵਾਲੇ ਨੂੰ ਪ੍ਰਤੱਖ ਜਾਂ ਨਰਕਾਂ ਦੀ ਅੱਗ ਦੇ ਵਿੱਚ ਪਾਉਣਾ ਕਰਦਾ ਹੈ। ਪਾਪੀ ਤੇ ਰਾਖੀ ਨਾਰਾਇਣ। ਇਹ ਭਾਈ ਪਾਪ ਕਰਮ ਕਰਨ ਵਾਲੇ ਤੋਂ ਨਾਰਾਇਣ ਪਰਮਾਤਮਾ ਆਪਣੇ ਪਿਆਰਿਆਂ ਦੀ ਆਪ ਹੀ ਰੱਖਿਆ ਕਰਦਾ ਹੈ। ਪਾਪੀ ਕੀ ਗਤ ਕਤਹੁ ਨਾਹੀ। ਪਾਪ ਕਰਨ ਵਾਲੇ ਮਨੁੱਖ ਦੀ ਕਲਿਆਣ ਕਿਸੇ ਪ੍ਰਕਾਰ ਵੀ ਨਹੀਂ ਹੋ ਸਕਦੀ। ਪਾਪੀ ਪਚਿਆ ਪਾਪ ਕਮਾਇਣ। ਪਾਪ ਕਰਨ ਵਾਲਾ ਮਨੁੱਖ ਆਪਣੇ ਕਮਾਏ ਕਰਮਾਂ ਦੇ ਅਨੁਸਾਰ ਹੀ ਇੱਥੇ ਪ੍ਰਤੱਖ ਅੱਗ ਦੇ ਵਿੱਚ ਜਾਂ ਈਰਖਾ ਆਦਿਕ ਦੀ ਅੱਗ ਦੇ ਵਿੱਚ ਸੜ ਮਰਦਾ ਹੈ ਅਤੇ ਪਰਲੋਕ ਦੇ ਵਿੱਚ ਨਰਕਾਂ ਦੀ ਅੱਗ ਦੇ ਅੰਦਰ ਉਹ ਸੜਦਾ ਰਹਿੰਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਦਾਸ ਰਾਮ ਜੀਓ ਲਾਗੀ ਪ੍ਰੀਤ। ਪ੍ਰਭੂ ਦੇ ਸੇਵਕ ਦੀ ਰਾਮ ਪ੍ਰਭੂ ਜੀ ਦੇ ਨਾਲ ਹੀ ਪ੍ਰੀਤੀ ਲੱਗੀ ਰਹਿੰਦੀ ਹੈ। ਨਿੰਦਕ ਕੀ ਹੋਈ ਬੇਪਰੀਤ। ਨਿੰਦਿਆ ਕਰਨ ਵਾਲੇ ਪਾਪੀ ਮਨੁੱਖ ਦੀ ਉਲਟੀ ਹੀ ਰੀਤ ਹੋਈ ਹੈ। ਅਰਥਾਤ ਸੇਵਕ ਦਾ ਪ੍ਰਭੂ ਦੀ ਪ੍ਰੀਤ ਕਰਕੇ ਪ੍ਰਭੂ ਦੇ ਚਰਨਾਂ ਵਿੱਚ ਬਿਰਾਜਦੇ ਨੇ ਤੇ ਨਿੰਦਕ ਪੁਰਖ ਨਰਕ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਔਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ। ਪਰਮਾਤਮਾ ਨੇ ਭਗਤ ਵਸ਼ਲਤਾ ਵਾਲਾ ਆਪਣਾ ਧਰਮ ਪ੍ਰਗਟ ਕੀਤਾ ਹੈ। ਦੁਖੀ ਆਪਣਾ ਕੀਤਾ ਪਾਇਆ। ਪਾਪ ਕਰਨ ਵਾਲੇ ਮਨੁੱਖ ਸੁਲਹੀ ਨੇ ਆਪਣਾ ਕੀਤਾ ਹੋਇਆ ਕਰਮ ਫਲ ਪਾਉਣਾ ਕੀਤਾ ਹੈ। ਜਿਹੜਾ ਈਰਖਾ ਦੀ ਅੱਗ ਦੇ ਵਿੱਚ ਸੜੇ ਪਰਮਾਤਮਾ ਉਹਨੂੰ ਪ੍ਰਤੱਖ ਅੱਗ ਦੇ ਵਿੱਚ ਸਾੜਦਾ ਹੈ। ਆਈ ਨਾ ਜਾਈ ਰਹਿਆ ਸਮਾਈ। ਜਿਹੜਾ ਪਰਮਾਤਮਾ ਆਉਂਦਾ ਜਾਂਦਾ ਨਹੀਂ ਹੈ ਅਤੇ ਸਭ ਥਾਵਾਂ ਦੇ ਵਿੱਚ ਸਮਾਰਿਆ ਵਿਆਪਕ ਹੋ ਰਿਹਾ ਹੈ। ਨਾਨਕ ਦਾਸ ਹਰਿ ਕੀ ਸਰਣਾਈ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਸੇਵਕ ਉਸ ਹਰੀ ਪ੍ਰਭੂ ਦੀ ਸ਼ਰਨ ਦੇ ਵਿੱਚ ਪਿਆ ਹਾਂ। ਰਾਗ ਭੈਰਵ ਮਹਲਾ ਪੰਜਵਾ। ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਚੌਪਦੀ ਘਰ ਦੂਜਾ। ਚਾਰ ਪਦੀਆਂ ਵਾਲੇ ਸ਼ਬਦ ਦੂਜੇ ਸੁਰ ਤਾਲ ਦੇ ਵਿੱਚ ਉਚਾਰ ਰਹੇ ਹਨ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਧਰ ਮੋਹਨ ਸਗਲ ਉਪਾਵਨ। ਜੋ ਪਰਮਾਤਮਾ ਸ੍ਰੀ ਧਰ ਮਾਇਆ ਜਾਂ ਸ਼ੋਭਾ ਨੂੰ ਧਾਰਨ ਵਾਲਾ ਹੈ ਤੇ ਮੋਹਨ ਸਭ ਨੂੰ ਮੋਹ ਲੈਣ ਵਾਲਾ ਹੈ। ਸਗਲ ਉਪਾਵਨ ਸਭ ਨੂੰ ਪੈਦਾ ਕਰਨ ਵਾਲਾ ਹੈ। ਨਿਰੰਕਾਰ ਸੁਖ ਦਾਤਾ ਆਕਾਰਾਂ ਤੋਂ ਰਹਿਤ ਅਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਐਸਾ ਪ੍ਰਭ ਛੋੜ ਕਰੈ ਅਨ ਸੇਵਾ। ਅਜਿਹਾ ਪਰਮਾਤਮਾ ਛੱਡ ਕੇ ਜੋ ਹੋਰ ਦੇਵੀ ਦੇਵਤਿਆਂ ਦੀ ਸੇਵਾ ਟਹਿਲ ਕਰਦਾ ਹੈ। ਕਵਨ ਵਿਖਿਆ ਰਸ ਮਾਤਾ। ਉਹ ਕਿਹੜੇ ਬੁਰੇ ਵਿਸ਼ਿਆਂ ਤੇ ਮਾਇਆ ਦੇ ਰਸਾਂ ਦੇ ਵਿੱਚ ਮਸਤ ਹੋਇਆ ਪਿਆ ਹੈ। ਮਨ ਮੇਰੇ ਤੂੰ ਗੋਵਿੰਦ ਭਾਜ। ਇਹ ਮੇਰੇ ਮਨਾ ਤੂੰ ਗੋਵਿੰਦ ਪਰਮਾਤਮਾ ਦਾ ਭਜਨ ਕਰ, ਵਾਹਿਗੁਰੂ ਨੂੰ ਸਿਮਰਨ ਕਰ। ਅਵਰਿ ਉਪਾਮ ਸਗਲ ਮੈਂ ਦੇਖੀ। ਮੈਂ ਹੋਰ ਸਾਰੇ ਯਤਨ ਕਰਕੇ ਵੇਖ ਲਏ ਹਨ। ਜੋ ਚਿਤ ਵੀਐ ਤਿਤ ਬਿਗਰਸ ਕਾਜ। ਕਿ ਪਰਮਾਤਮਾ ਤੋਂ ਬਿਨਾ ਜੋ ਕੁਝ ਵੀ ਚਿਤਵਨਾ ਕਰੀਦਾ ਹੈ ਉਸ ਦੇ ਨਾਲ ਸਗੋਂ ਕੰਮ ਹੀ ਵਿਗੜਦੇ ਨੇ। ਇਸ ਲਈ ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ। ਮੈਂ ਸਾਰੀਆਂ ਚਿਤਵਨੀਆਂ, ਸਾਰੇ ਫੁਰਨੇ, ਸਾਰੇ ਮਨੋਰਥ ਛੱਡ ਕੇ, ਸਾਰੀਆਂ ਸ਼ਾਮਾਂ ਦਾ ਤਿਆਗ ਕਰਕੇ, ਸਾਰੇ ਪਾਸਿਆਂ ਨੂੰ ਛੱਡ ਕੇ ਇਹ ਪਰਮਾਤਮਾ ਤੇਰੇ ਨਾਮ ਨੂੰ ਹੀ ਤੇ ਆਇਆ ਹੈ। ਕਿਉਂਕਿ ਸਗਲ ਮਨੋਰਥ ਪਾਈਆ ਮੀਤਾ, ਚਰਨ ਕਮਲ ਸਿਉ ਲਾਈਆ ਚੀਤਾ। ਇਉਂ ਸਗਲ ਮਨੋਰਥ ਮੁਕਤ ਪਦ ਦੀਤ। हे ਮਹਾਰਾਜ ਕੋਟ ਮਨੋਰਥ ਆਵੇ ਹਾਥ, ਜਮ ਮਾਰ ਕੈ ਸੰਗੀ ਪਾਥ। ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਜਪੈ ਤਿਸ ਕੀ ਗਤ ਹੋਵੇ। ਪੀਵਤ ਬਹੁੜ ਨਾ ਜੋਣ ਪਰਮਾਮ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਕੁਰ ਛੋੜ ਦਾਸੀ ਕੋ ਸਿਮਰਹਿ। ਜੋ ਮਾਲਕ ਪਰਮਾਤਮਾ ਨੂੰ ਛੱਡ ਕੇ ਉਸ ਦੀ ਦਾਸੀ ਮਾਇਆ ਨੂੰ ਹੀ ਯਾਦ ਕਰਦੇ ਰਹਿੰਦੇ ਨੇ। ਮਨ ਮੁਖ ਅੰਧ ਅਗਿਆਨਾ। ਉਹ ਮਨ ਦੇ ਮਗਰ ਲੱਗਣ ਵਾਲੇ ਗਿਆਨ ਤੋਂ ਹੀ ਨੇ, ਅੰਨੇ ਨੇ। ਭਾਵ ਉਹਨਾਂ ਦੀਆਂ ਮਨ ਬੁੱਧ ਰੂਪ ਅੱਖਾਂ ਦੇ ਵਿੱਚ ਵਿਚਾਰ ਰੂਪ ਨਿਗਟ ਨਾ ਹੋਣ ਕਾਰਨ ਗਿਆਨ ਦਾ ਹਨੇਰਾ ਛਾਇਆ ਹੋਇਆ ਹੈ। ਹਰ ਕੀ ਭਗਤ ਕਰਹਿ ਤਿਨ ਨਿੰਦਾ ਹੈ। ਜਿਹੜੇ ਮਨੁੱਖ ਹਰੀ ਪ੍ਰਮਾਤਮਾ ਦੀ ਭਗਤੀ ਕਰਦੇ ਨੇ ਉਹ ਮਨਮੁਖ ਉਹਨਾਂ ਨੂੰ ਨਿੰਦਦੇ ਹਨ। ਨਿਗੁਰੇ ਪਸ਼ੂ ਸਮਾਨਾ। ਉਹ ਨਿਗੁਰੇ ਨੇ ਮਨਮੁਖ ਲੋਕ ਮਨੁੱਖਾ ਦੇਹ ਨੂੰ ਪਾ ਕੇ ਗੁਰਾਂ ਤੋਂ ਬਿਨਾਂ ਹੋਣ ਕਾਰਨ ਪਸ਼ੂਆਂ ਦੇ ਬਰਾਬਰ ਹਨ। ਜੋ ਪਿੰਡ ਤਨ ਧਨ ਸਭ ਪ੍ਰਭ ਕਾ। ਇਹ ਭਾਈ ਇਹ ਜੀਵਾਤਮਾ ਜ਼ਿੰਦਗੀ
ਪਿੰਡ ਸਤੂਲ ਸਰੀਰ, ਤਨ ਸੂਖਮ ਸਰੀਰ, ਜਾਂ ਤਨ ਪੁੱਤਰ, ਧਨ ਦੌਲਤ ਆਦਿਕ ਸਾਰਾ ਕੁਛ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਤਾਕਤ ਕਹਤੇ ਮੇਰਾ, ਪਰ ਕਠੋਰ ਚਿੱਤ ਵਾਲੇ ਮਨਮੁਖ ਪੁਰਖ ਕਹਿੰਦੇ ਨੇ ਇਹ ਸਭ ਕੁਝ ਸਾਡਾ ਹੈ। ਭਾਵ ਪ੍ਰਭੂ ਦੀ ਦਾਤ ਦੇ ਵਿੱਚ ਅਪਣਤ ਕਰੀ ਬੈਠੇ ਹਨ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਬੁਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾਈ ਖੋਵੈ। ਇੰਜ ਇਹਨਾਂ ਦਾ ਪੁੱਠਾ ਸੁਭਾਵ ਹੈ। ਬੁੱਧ ਦੁਰਮਤ ਹੈ ਮੈਲੀ, ਹੰਕਾਰ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਅਤੇ ਮਲੀਨ ਹੋ ਰਹੀ ਹੈ। ਬਿਨ ਗੁਰ ਭਵ ਜਲ ਫੇਰਾ, ਸਤਿਗੁਰਾਂ ਨੂੰ ਧਾਰਨ ਤੋਂ ਬਿਨਾਂ ਉਹਨਾਂ ਦਾ ਸੰਸਾਰ ਸਮੁੰਦਰ ਵਿੱਚ ਚੱਕਰ ਲੱਗਦਾ ਹੀ ਰਹਿੰਦਾ ਹੈ। ਭਾਵ ਉਹ ਜੰਮਦੇ ਮਰਦੇ ਰਹਿੰਦੇ ਹਨ। ਓਮ ਜਗ ਜਪ ਤਪ ਸਭ ਸੰਜਮ, ਹਵਨ ਜਗ ਮੰਤਰਾਂ ਦੇ ਜਾਪ, ਤਪੱਸਿਆ ਅਤੇ ਸਾਰੇ ਵਰਤ ਇੰਦਰੀਆਂ ਨੂੰ ਦਮਨ ਕਰਨ ਦੇ ਸਾਧਨ ਕਰਨ ਨਾਲ ਤਟ ਤੀਰਥ ਨਹੀਂ ਪਾਇਆ, ਤੀਰਥਾਂ ਦੇ ਕਿਨਾਰਿਆਂ ਪਰ ਬੈਠਣ ਨਾਲ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਾਇਆ। ਮਿਟਿਆ ਆਪ ਪਾਈ ਸਰਣਾਈ, ਜੋ ਸਤਿਗੁਰਾਂ ਦੀ ਜਾਂ ਪਰਮਾਤਮਾ ਦੀ ਸ਼ਰਨ ਵਿੱਚ ਪਏ ਨੇ ਉਹਨਾਂ ਦਾ ਆਪਾ ਭਾਵ ਹੰਕਾਰ ਮਿਟ ਗਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਨਾਨਕ ਜਗਤ ਤਰਾਇਆ, ਉਹਨਾਂ ਗੁਰਮੁਖਾਂ ਨੇ ਗੁਰ ਉਪਦੇਸ਼ ਨਾਲ ਸਾਰੇ ਜਗਤ ਸੰਸਾਰ ਨੂੰ ਹੀ ਤਾਰਨਾ ਕੀਤਾ ਹੈ। ਭੈਰਵ ਮਹਲਾ ਪੰਜਵਾ, ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਮਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ, ਇਹ ਭਾਈ ਸੰਤ ਜਨਾਂ ਦੀ ਸੰਗਤ ਦੁਆਰਾ ਮੈਂ ਜੰਗਲ ਵਿੱਚ ਵੀ ਇਸ ਪਰਮਾਤਮਾ ਨੂੰ ਵੇਖਿਆ ਤੇ ਕੱਖਾਂ ਦੇ ਵਿੱਚ ਵੀ ਉਸੇ ਨੂੰ ਹੀ ਵੇਖਿਆ ਹੈ। ਗ੍ਰਹਿ ਪੇਖਿਓ ਉਦਾਸਾਈ, ਘਰ ਗ੍ਰਸਤੀ ਬਾਲ ਬੱਚਿਆਂ ਦੇ ਵਿੱਚ ਵੀ ਉਸੇ ਨੂੰ ਵੇਖਿਆ ਅਤੇ ਉਦਾਸੀਆਂ ਵਿੱਚ ਵੀ ਉਸੇ ਪਰਮਾਤਮਾ ਨੂੰ ਹੀ ਵਸਦਾ ਵੇਖਿਆ ਹੈ। ਗ੍ਰਸਤੀ ਕੌਣ ਨੇ? ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਗ੍ਰਸਤੀ ਨੇ। ਉਦਾਸੀ ਕੌਣ ਨੇ? ਬਾਬਾ ਸ੍ਰੀ ਚੰਦ ਜੀ ਮਹਾਰਾਜ। ਇਉਂ ਇਹ ਵਾਹਿਗੁਰੂ ਸਾਰਿਆਂ ਦੇ ਵਿੱਚ ਤੂੰ ਵਸ ਰਿਹਾ ਹੈ। ਭਾਈ ਲਾਲੂ ਵਰਗੇ ਗ੍ਰਸਤੀਆਂ ਦੇ ਵਿੱਚ, ਰਾਏ ਬੁਲਾਰ ਵਰਗੇ ਗ੍ਰਸਤੀਆਂ ਦੇ ਵਿੱਚ ਤੇ ਉਦਾਸੀ ਮਹਾਤਮਾ ਬਾਬਾ ਸ੍ਰੀ ਚੰਦ ਜੀ ਆਦਿਕ ਤਿੰਨਾਂ ਦੇ ਵਿੱਚ ਵੀ ਤੇਰਾ ਹੀ ਨਿਵਾਸ ਹੈ। ਇਸੇ ਪ੍ਰਕਾਰ ਮਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ, ਬਨ ਵਾਸੀਆਂ ਦੇ ਵਿੱਚ ਜਾਂ ਬਨ ਪਾਣੀ ਦੇ ਕਿਨਾਰੇ ਵਸਣ ਵਾਲਿਆਂ ਵਿੱਚ ਜਾਂ ਬਨ ਬਾਣੀਆਂ ਨੂੰ ਬਣਾਉਣ ਵਾਲਿਆਂ ਵਿੱਚ ਜਾਂ ਬਨ ਬਾਣੀ ਪਾਉਣ ਵਾਲਿਆਂ ਵਿੱਚ ਉਸੇ ਪ੍ਰਭੂ ਦੀ ਜੋਤ ਨੂੰ ਵੇਖਿਆ ਹੈ। ਅਤੇ ਕੱਖਾਂ ਦੀਆਂ ਕੁੱਡੀਆਂ ਬਣਾ ਕੇ ਰਹਿਣ ਵਾਲੀਆਂ ਜਾਂ ਸਰੀਰਾਂ ਤ੍ਰਿਣ ਭਾਵ ਇੰਦਰੀਆਂ ਦੇ ਵਿੱਚ ਵੀ ਉਸ ਪ੍ਰਭੂ ਦੀ ਜੋਤ ਨੂੰ ਹੀ ਵੇਖਿਆ ਹੈ। ਗ੍ਰਹਿ ਪੇਖਿਓ ਉਦਾਸਾਈ, ਅਤੇ ਜੋ ਗ੍ਰਹਿ ਘਰ ਪ੍ਰਾਪਤ ਹੋਣ ਵਾਲਿਆਂ ਤੇ ਸੰਸਾਰ ਵਿਸ਼ਿਆਂ ਵੱਲੋਂ ਉਦਾਸਾਈ ਉਪਰਾਮ ਹੋਇਆਂ ਵਿੱਚ ਵੀ ਪ੍ਰਭੂ ਨੂੰ ਵੇਖਣਾ ਕੀਤਾ ਹੈ। ਦੰਡ ਧਾਰ ਜਟ ਧਾਰੈ ਪੇਖਿਓ, ਡੰਡਾ ਧਾਰਨ ਵਾਲੇ ਜੋਗੀਆਂ ਦੇ ਵਿੱਚ, ਸੰਨਿਆਸੀਆਂ ਦੇ ਵਿੱਚ
ਜਟਾਵਾਂ ਨੂੰ ਧਾਰਨ ਵਾਲਿਆਂ ਵਿੱਚ ਉਹ ਪ੍ਰਭੂ ਵੇਖਣਾ ਕੀਤਾ ਹੈ। ਵਰਤ ਨੇਮ ਤੀਰਥਾਈ, ਵਰਤ ਰੱਖਣ ਵਾਲਿਆਂ ਵਿੱਚ, ਨਿਯਮ ਆਦਮ ਰੱਖਣ ਵਾਲਿਆਂ ਤੇ ਤੀਰਥ ਯਾਤਰਾ ਵਿੱਚ ਉਸ ਪਰਮਾਤਮਾ ਨੂੰ ਆਇਆ ਵੇਖਿਆ ਹੈ। ਸੰਤ ਸੰਗ ਵੇਖਿਓ ਮਨ ਭਾਈ, ਕਦੋਂ ਦੇਖਿਆ ਹੈ? ਜਦੋਂ ਸ਼ਾਂਤਚਿਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਉਸ ਪ੍ਰਭੂ ਨੂੰ ਆਪਣੇ ਹਿਰਦੇ ਦੇ ਮਾਏ ਵਿੱਚ ਵੇਖਿਆ, ਤਦੋਂ ਸਭਨਾਂ ਵਿੱਚ ਉਹ ਪ੍ਰਭੂ ਹੀ ਵਸਦਾ ਪ੍ਰਤੀਤ ਹੋਇਆ ਹੈ। ਊਬ ਪਿਆਲ ਸਰਬ ਮਹਿ ਪੂਰਨ, ਜਦੋਂ ਸੰਤਾਂ ਦੀ ਸੰਗਤ ਦੁਆਰਾ ਰਸ ਮੰਗਲ ਗੁਣ ਗਾਏ, ਪ੍ਰੇਮ ਪੂਰਵਕ ਆਨੰਦ ਸਰੂਪ ਪ੍ਰਭੂ ਦੇ ਗੁਣ ਗਾਏ, ਤਦੋਂ ਊਬ ਉੱਚੇ ਆਕਾਸ਼ ਵਿੱਚ, ਪਿਆਲ ਪਤਾਲ ਆਦਿਕ ਸਾਰੀਆਂ ਥਾਵਾਂ ਦੇ ਵਿੱਚ ਪਰਮਾਤਮਾ ਪਰਿਪੂਰਨ ਰੂਪ ਦੇ ਵਿੱਚ ਵੇਖਣਾ ਕੀਤਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜੋਗ ਭੇਖ ਸੰਨਿਆਸੈ ਵੇਖਿਓ, ਜੋਗ ਸੰਨਿਆਸ ਆਦਿਕ ਭੇਖਾਂ ਦੇ ਵਿੱਚ ਪ੍ਰਭੂ ਨੂੰ ਵੇਖਣਾ ਕੀਤਾ ਹੈ। ਜਤ ਜੰਗਮ ਕਾ ਪੜਾਈ, ਜਤੀਆਂ ਦੇ ਵਿੱਚ, ਜੰਗਮ ਤੁਰਨ ਫਿਰਨ ਵਾਲਿਆਂ ਵਿੱਚ ਅਤੇ ਕਾਪੜੀ ਭੇਖ ਵਾਲਿਆਂ ਵਿੱਚ ਵੀ ਉਸੇ ਪ੍ਰਭੂ ਨੂੰ ਵਸਦਾ ਵੇਖਣਾ ਕੀਤਾ ਹੈ। ਤਪੀ ਤਪੀਸੁਰ ਹੁਨ ਮਹਿ ਵੇਖਿਓ, ਤਪ ਕਰਨ ਵਾਲਿਆਂ ਤਪੀਆਂ ਦੇ ਈਸ਼ਰ ਭਾਵ ਵੱਡੇ ਤਪੀਏ ਜਾਂ ਰਾਜਸੀ ਅਤੇ ਸ਼ਾਂਤਗੀ ਤਪ ਕਰਨ ਵਾਲੇ ਮੁਨੀ ਜਨਾਂ ਦੇ ਵਿੱਚ ਵੀ ਉਸ ਪ੍ਰਭੂ ਨੂੰ ਵੇਖਣਾ ਕੀਤਾ ਹੈ। ਨਾਟ ਨਾਟਕ ਨਿਰਤਾਏ, ਜੋ ਨਾਟ ਸਵਾਂਗੀਆਂ ਦੇ ਵਿੱਚ ਨਾਟਕ ਨਬਜ ਦੇਖਣ ਵਾਲੇ ਵੈਦਾਂ ਅਤੇ ਨਿਰਤਾਏ ਰਾਸਤਾਰੀਆਂ ਦੇ ਸਾਰਿਆਂ ਦੇ ਵਿੱਚ ਪ੍ਰਭੂ ਨੂੰ ਵਸਦਾ ਵੇਖਿਆ ਹੈ। ਇਸੇ ਪ੍ਰਕਾਰ ਨਾਟ ਨਾਟਕ ਨਿਰਤਾਏ, ਜੋ ਸੰਸਾਰ ਦੀ ਬਾਜੀ ਪਾਉਣ ਵਾਲੇ ਈਸ਼ਰ ਰੂਪ ਨਾਟਕ ਤਮਾਸ਼ਿਆਂ ਨੂੰ ਰਚਣ ਵਾਲਿਆਂ ਅਤੇ ਪ੍ਰਭੂ ਦਾ ਨਿਰਣਾ ਕਰਨ ਨਿਰਤਕਾਰੀ ਕਰਨ ਵਾਲਿਆਂ ਵਿੱਚ ਵੀ ਇੱਕ ਬ੍ਰਹਮ ਨੂੰ ਵਿਆਪਕ ਵੇਖਣਾ ਕੀਤਾ ਹੈ। ਚਾਹੁ ਮਹਿ ਵੇਖਿਓ ਖਟ ਮਹਿ ਵੇਖਿਓ, ਚਾਰੇ ਵੇਦਾਂ ਵਿੱਚ ਵੀ ਇਸ ਪ੍ਰਭੂ ਨੂੰ ਵੇਖਿਆ ਹੈ। 6 ਸ਼ਾਸਤਰਾਂ ਵਿੱਚ ਵੀ ਉਸੇ ਪ੍ਰਭੂ ਦਾ ਸਿਧਾਂਤ ਵੇਖਿਆ ਹੈ। ਜਾਂ ਸ਼ਰਾਵਣ ਮੰਨਣ ਆਦਿਕ 4 ਅਵਸਥਾ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ ਹੈ। 10 ਅਸ਼ਟੀ ਸਿਮਰਤਾਈ, ਅਤੇ ਖਾਟ ਸਮਧੀ ਵਾਲਿਆਂ ਤੁਰਿਆ ਪਦ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ ਹੈ। 10 ਤੇ 8 18 ਪੁਰਾਣਾ ਅਤੇ 27 ਸਿਮਰਤੀਆਂ ਵਿੱਚ ਵੀ ਉਸੇ ਪ੍ਰਭੂ ਨੂੰ ਵਸਦਾ ਵੇਖਿਆ ਹੈ। ਸਭ ਮਿਲ ਇੱਕੋ ਇੱਕ ਵਖਾਨ ਹੈ, ਇਹ ਸਾਰੇ ਮਿਲ ਕਰਕੇ ਇੱਕੋ ਇੱਕ ਬ੍ਰਹਮ ਨੂੰ ਹੀ ਕਥਨ ਕਰਦੇ ਹਨ। ਤਾਉ ਕਿਸ ਤੇ ਕਹੋ ਦੁਰਾਈ, ਤਾਂ ਫਿਰ ਮੈਂ ਕਿਸ ਤੋਂ ਕੁਝ ਛੁਪਾ ਕੇ ਕਹਿਣਾ ਕਰਾਂ। ਅਗ ਹੈ ਬੇਅੰਤ ਸੁਆਪੀ, ਓਹ ਮਾਲਕ ਪ੍ਰਭੂ ਡੂੰਘੇ ਤੋਂ ਡੂੰਘਾ ਬੇਅੰਤ ਸਰੂਪ ਹੈ, ਜਾਂ ਮਨ ਕਰਕੇ ਗ੍ਰਹਿਣ ਤੋਂ ਰਹਿਤ, ਤਿੰਨਾਂ ਕਾਲਾਂ ਵਿੱਚ ਥਾ ਅਤੇ ਅੰਤ ਤੋਂ ਰਹਿਤ ਹੈ। ਕੀਮ ਮਾਏ, ਨਾ ਕੋਈ ਉਸ ਦੀ ਕੀਮਤ ਨੂੰ ਪਿੱਛੇ ਪਾ ਸਕਿਆ, ਨਾ ਕੋਈ ਉਸ ਦੀ ਕੀਮਤ ਹੁਣ ਪਾ ਸਕਦਾ, ਅਤੇ ਨਾ ਹੀ ਅੱਗੇ ਨੂੰ ਉਸ ਦੀ ਕੀਮਤ ਪਾ ਸਕੇਗਾ।
या मन बाणी शरीर करके उसकी कीमत नहीं पाई जा सकती। जन नानक तिनकै पल पल जाइए। सतगुरु महाराज साहब जी कथन करते ने कि तिन्हां जनां दे उपरों बलिहार कुर्बान जाइए। घट पर गटियाई जिन्हां दे हिरदे विच ओ परमात्मा आके प्रगट साक्षात्कार होया है। भैरव महला पंजवा। भैरव राग दे विच पंजवें पातशाह धन सतगुरु अर्जन देव साहब जी शो पावन उपदेश की बख्शिश कर रहे ने। निकट बुझै सो बुरा क्यों करे। ये भाई जो मनुख परमात्मा नू अपने नेड़े बुझदा है, भाव भाई कन्हैया जी वांग अंग संग जानदा है, वो मनुख किसी दा बुरा मंदा किवें कर सकदा है। वेखो भाई कन्हैया जी ने मुसलमानां दे विच भी दुश्मनां दे विच भी श्री गुरु गोबिंद सिंह साहब जी के दर्शन करदिया होया जद भी कोई पानी मंगदा सी कहन लगा महाराज मैं सच बचन कहंदा, मैं तां आपदी बुक विच पानी पाया है, मैं तां किसी दुश्मन नूं जल नहीं छकाया। जद भी कोई मंगदा मैनूं इउं प्रतीत हुंदा कि तुसीं जख्मी हो के बुक कढ़ के मेरे कोलों पानी की डिमांड कर रहे हो। फिर महाराज दसो मैं तुहानू जल ना छकावां जां तुसीं मंगदे हो। इउं वो किसी का बुरा कर ही नहीं सकता। सब है घट राम बोले रामा बोले, राम बिना को बोले रे राव। एकल माटी कुंजर चीटी भाजन है वो नन रे। अस्तावर जंगम कीट पतंगम कट कट राम समान रे। एकल चिंता राखी अनंत और तजो सब आशा रे। परण में नामा भय ने काम उठा गुरु को दासा रे। जिन्हें समझ लिया है कि नीर ना ही दूर निजात में रहिया भरपूर, वो कदी भी किसी का बुरा नहीं कर सकता। एक बहुत बीतराग महापुरख अपना स्थान बना के साधना कर रहे सन। उन्हां दी करड़ी मर्यादा होने के कारण उन्हां कोल कोई सेवक नहीं ठहरदा सी। महात्मा की उम्र भी बुढ़ेपे वाल चली गई सी। एक बार दो मनुख शिष्य बनने वास्ते आए तो बेनती की कि महात्मा जी सानू अपने चेले बना लवो। तो महात्मा ने परीक्षा लैन वास्ते अधिकारी अति अनधिकारी परखण लई कसवटी रख दी। उन्होंने कहा कि मैं तुहानू अपना चेला तद बनावांगा जदों तुसीं दो कबूतर लै जावो तो इन्हों बाहरों मार के लैके आवोगे, तदों फिर तुहानू चेला बना के उपदेश देवांगा। पर शर्त यह है कि मारना उत्थे है जिथे कोई वेखदा ना होवे। वो दोनों मनुख वचन मन के एक पूर्व वाल एक पश्चिम वाल जंगल वाल नूं तुर पिया। उन्हां दोनों विचों एक इन्ना काला सी चेला बनने लई, क्योंकि महात्मा की प्रॉपर्टी देखती सी, उन्हां दी उम्र देखती सी भी ये तां चढ़न वाली ने, मैं कब्जा कर लवां। वो थोड़ी कोई दूर जाके लालची बंदा एक वृक्ष दे उले होया ते कबूतर दी गर्दन मरोड़ के लिया महात्मा दे चरनां च रखिया। कहंदा लो जी मैं दूजे नालों छेती वापस आया, इस करके मैनू जेठा चेला बनाओ। महापुरखा ने कहा बैठ जा, दूजे नूं आ लैण दे। कुछ समय बाद वो दूजा व्यक्ति जिउंदे कबूतर लैके आ गया। पहला बैठा व्यक्ति बोल उठिया कि नलायक है, वेखो इन्हें तुहाडा बचन नहीं मन्निया, इसलिए तुसीं इहनूं छड्ड के मैनू अपना शिष्य बनाओ। तो महापुरखा ने कहा कि तू ना बोल, मैनू इहदी मजबूरी तो पुछ लैण दे कि इन्हें कबूतर मार के लियांदा क्यों नहीं, मार के क्यों नहीं लियांदा, जिउंदा क्यों लियांदा।
तदों उसने कहा कि महापुरखो मैं तुहाड़ी शर्त पूरी नहीं कर सकिया तो शायद ना ही कर पावांगा, इसलिए चेला बनाओ तो भावें ना बनाओ, ये तुहाड़ी आपदी मर्जी है। पर तुसीं आखिया सी कि कबूतर नूं उत्थे मारना जिथे कोई वेखदा ना होवे। पहला मैं जंगल विच गया, उत्थे बहुत सारे पंछी देख रहे सन। मैं होर अगे एक गुफा विच गया जिथे जानवर तो कोई देखदा नहीं सी, पर एक कबूतर मेरे वाल वेख रहा सी ते मैं इहदे वाल वेख रहा सी। फिर मैं कबूतर दी अखां पर पट्टी बन्नी ते इहनूं मारन लगा तो मैनूं चेता आया कि मेरियां अखां इसनूं देख रही। फिर मैं अपनी अखां पर भी पट्टी बन लई। फिर जब मारन लगा तो मेरे अंदर एक सोच फुरी कि परमात्मा हर जगह वेखदा। मैं इस कबूतर ते अपनी अखां दे पट्टी बन लई है, पर परमात्मा दी अखां पर पट्टी किवें बन्नांगा? जेड़ा मैनूं इहदी गर्दन का एहसास करा रहा है कि इहदी गर्दन इत्थों मरोड़, वो अंदरली आत्मा तो देख ही रही है, इसलिए मैं इस कबूतर नूं मारिया नहीं। ये सुन के महात्मा बड़े खुश हुए ते कहा कि तू मेरी कसवटी ते खरा उतरिया, तू केवल मेरा चेला ही नहीं बल्कि मेरा उत्तराधिकारी बनने के योग है, जिसनूं रब दे उपर ऐसा निश्चय है। फिर दूजे नूं ताड़ना करदे कहा, ओए जा ओए तू मेरे स्थान तो बाहर चलिया जा। जीव हिंसा करने वाले व्यक्तियों नाल सतपुरखां दा कोई वास्ता नहीं हुंदा। तू बहुत निर्दयी पुरख है। अज तू चेला बनने दे लालच कबूतर की गर्दन मरोड़ी है, कल नूं तू मेरा स्थान संभाल ले मेरी गर्दन मरोड़ देवेंगा, तेरा की भरोसा? जेकर तू शिष्य बनना तो अपने वर्गा कोई पखंडी संत वेख ला। सो इंज जिहड़ा परमात्मा नूं सदा अंग संगे भंगंग बेपूते हमेशा अंग संग समझदा है, वो किली ते गातरा टंग के रात नूं बकरे मार के जां कुकड़ वढ़ के नहीं खांदा, शराब दीयां बोतलां खाली नहीं करदा, भी सवेरे नहा के गातरा फिर पा लवांगे, अमृत दा किहड़ा विगड़ चलिया कुछ, कपड़े भी धोते गातरा भी आपां ला लिया मुड़ के फिर पा लवांगे। तो इहो जे बंदे दे रब नज़दीक दी नहीं लंघदा। इसलिए सो जेड़ा अंग संग समझदा वो किसी दा बुरा किवें कर सकदा, भाव नहीं कर सकदा। मैनूं याद कि साडे बजुर्गां ने किसी कोलों चाह भी बनाउणी हुंदी, किते हॉस्पिटल जां किते एमरजेंसी बाहरों किसी दुकानदार रेहड़ी वाले तो उन्होंने कहना भी तू आंडे उबाल देगा मैनू, जे तो उन्हें कहना भी लियाओ मैं उबाल दियांगा, फिर कहना सत श्री अकाल, साडा तेरे नाल कोई वाह वास्ता नहीं। जे कहे भी नहीं मैं तो आंडे मीट नूं हथ नहीं लाउंदा, फिर कहना लै आ दुध लै भांडे नूं धो के इहनूं गर्म करके पत्ती पा के चाह बना दे, मतलब पहला परख लेना बंदा। तो इस वास्ते महाराज फरमाउंदे ने, बुझै सो बुरा क्यों करे, जेड़ा इंसान वाहिगुरु नूं नेड़े समझदा है वो किसी दा बुरा कर ही नहीं सकदा। बादशाह फरमाउंदे पर का बुरा ना रखो चीत, तुमको दुख नहीं पाई मीत। बिख संचैन डरता फिरै, जो मनुख छल फरेब करके जहर रूप माया नूं विषयां नूं एकत्र करता है वो निता प्रति सरकारी हुक्मरानां तो काल तो डरदा फिरदा रहिंदा है, ते किते ना किते काबू आई जांदा। 100 दिन चोर दा ते एक दिन साध दा, शराब तां फड़ी जाऊगी भट्ठी किते ना किते, मुड़ के देने दे अपना लैने दे देने पै जांदे, डबल सब कुछ देना पैंदा। निकटे यार भेद ना पाया, वो परमात्मा है ता नेड़े तो नेड़े, हर पुनः पर किसी ने उस वाहिगुरु का भेद नहीं पाया है साडे विच ही है। विच संगत हर प्रभ वसै जियो, पता नहीं किहड़े लिबास दे विच उन्हें आ जाना है, किसी ने उहदा भेद नहीं पाया। बिन सतगुर सब मोही माया, सतगुरु
ਧਾਰਨ ਤੋਂ ਬਿਨਾ ਸਾਰੀ ਦੁਨੀਆ ਮਾਇਆ ਦੀ ਮੋਹਤ ਕੀਤੀ ਹੋਈ ਹੈ। ਨੇੜੇ ਨੇੜੇ ਸਭ ਕੋ ਕਹੈ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਕੋਲ ਕੋਲ ਤਾਂ ਸਭ ਕੋਈ ਆਖੀ ਜਾਂਦੇ ਨੇ ਕਿ ਪਰਮਾਤਮਾ ਨੇੜੇ ਹੈ, ਨੇੜੇ ਹੈ। ਗੁਰਮੁਖ ਭੇਦ ਵਿਰਲਾ ਕੁਲ ਹੈ, ਪਰ ਮੁਖੀ ਗੁਰਾਂ ਦੁਆਰਾ ਕੋਈ ਟਾਵਾਂ ਟਾਵਾਂ ਹੀ ਆਪਣੇ ਕੋਲ ਵਸਦੇ ਪਰਮਾਤਮਾ ਦੇ ਅਨੁਭਵ ਦਾ ਭੇਤ ਪ੍ਰਾਪਤ ਕਰਦਾ ਹੈ। ਉਹਨਾਂ ਵਿੱਚੋਂ ਭਾਈ ਬਾਲਾ ਜੀ ਸਰਵ ਸ੍ਰੇਸ਼ਟ ਹੋਏ ਨੇ, ਜਿਹੜੇ ਹਮੇਸ਼ਾ ਸਤਿਗੁਰੂ ਨਾਨਕ ਦੇਵ ਜੀ ਨੂੰ ਅੰਗ ਸੰਗ ਜਾਣਦੇ ਸਨ। ਅਤੇ ਬੇਬੇ ਨਾਨਕੀ ਜੀ ਵੇਖੋ ਸੁਲਤਾਨਪੁਰ ਲੋਧੀ ਦੇ ਵਿੱਚ ਤਵੇ ਤੇ ਪ੍ਰਸ਼ਾਦਾ ਪਾਉਂਦਿਆਂ ਸਾਰ ਜਦ ਪ੍ਰਸ਼ਾਦਾ ਫੁੱਲਿਆ ਤੇ ਫੁੱਲਿਆ ਪ੍ਰਸ਼ਾਦਾ ਵੇਖ ਕੇ ਫੁਰਨਾ ਕੀਤਾ ਕਿ ਇਹ ਤਾਂ ਮੇਰੇ ਵੀਰ ਦੇ ਖਾਣ ਯੋਗ ਹੈ। ਜੇ ਕਿਤੇ ਮੇਰਾ ਵੀਰ ਇੱਥੇ ਆ ਜਾਏ ਤਾਂ ਮੈਂ ਇਹ ਪ੍ਰਸ਼ਾਦਾ ਉਸ ਨੂੰ ਛਕਾਵਾਂ। ਇਉਂ ਸਾਧ ਸੰਗਤ ਜੀਓ ਫੁਰਨਾ ਕਰਦਿਆਂ ਸਾਰੀ ਪ੍ਰਸ਼ਾਦਾ ਲਾ ਕੇ ਚੰਗੇਰ 'ਚ ਰੱਖਿਆ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕੁੰਡਾ ਖੜਕਾਇਆ। ਜਿਸ ਵਕਤ ਕੁੰਡਾ ਖੋਲਿਆ ਦਰਸ਼ਨ ਕਰਕੇ ਆਸ਼ਿਸ਼ ਕਰ ਉਠੀ, ਆਖਿਆ ਲਿਆਓ ਬੇਬੇ ਜੀ ਸਾਨੂੰ ਭੁੱਖ ਬੜੀ ਲੱਗੀ ਆ, ਪ੍ਰਸ਼ਾਦੇ ਪੱਕੇ ਨੇ? ਕਹਿੰਦੇ ਹਾਂ ਜੀ ਬੈਠੋ। ਪ੍ਰਸ਼ਾਦਾ ਛਕਾ ਕੇ ਮਰਦਾਨੇ ਤੋਂ ਪੁੱਛਿਆ, ਭਾਈ ਮਰਦਾਨਾ ਜੀ ਕਿੱਥੇ ਸੀ ਤੁਸੀਂ? ਕਹਿੰਦੇ ਬੇਬੇ ਜੀ ਅਸੀਂ ਬਹੁਤ ਦੂਰ ਸੀਗੇ, ਪਤਾ ਨਹੀਂ ਹਜ਼ਾਰਾਂ ਹੀ ਕੋ। ਤੇ ਮਹਾਰਾਜ ਨੇ ਇੱਕਦਮ ਮੈਨੂੰ ਆਖਿਆ ਕਿ ਮਰਦਾਨਿਆਂ ਰਬਾਬ ਵਜਾ ਕੀਰਤਨ ਕਰੀਏ। ਸਾਨੂੰ ਬੇਬੇ ਜੀ ਯਾਦ ਕਰਦੀ ਹੈ ਤੇ ਉਹ ਸ਼ਬਦ ਪੜ੍ਹਦਿਆਂ ਮੇਰੀਆਂ ਅੱਖਾਂ ਬੰਦ ਹੋ ਗਈਆਂ। ਵੇਖਿਆ ਬੰਦ ਤੁਹਾਡੇ ਘਰ ਅੱਗੇ ਖੜੇ ਆ। ਇੰਜ ਮਿੰਟਾਂ ਸਕਿੰਟਾਂ ਦੀ ਗੁਰੂ ਸਾਹਿਬ ਜੀ ਪਹੁੰਚ ਗਏ। ਇਉਂ ਜਿਹੜਾ ਤਾਂ ਨੇੜੇ ਜਾਣਦਾ ਉਹਦੇ ਤਾਂ ਨੇੜੇ ਹੈ, ਜਿਹੜਾ ਮੇਰੇ ਵਰਗਾ ਦੂਰ ਜਾਣਦਾ ਉਹਨੂੰ ਲੱਭਦਾ ਨਹੀਂ ਹੈ। ਗੁਰਮੁਖ ਭੇਦ ਬਿਰਲਾ ਕੂਲ ਹੈ, ਮੁਖੀ ਗੁਰਾਂ ਦੁਆਰਾ ਕੋਈ ਵਿਰਲਾ ਮਹਾਂਪੁਰਖ ਹੀ ਆਪਣੇ ਕੋਲ ਵਸਦੇ ਪਰਮਾਤਮਾ ਦੇ ਅਨੁਭਵ ਦਾ ਭੇਦ ਪ੍ਰਾਪਤ ਕਰ ਸਕਦਾ ਹੈ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਨਿਕਟ ਨਾ ਦੇਖੈ ਪਰ ਗ੍ਰਹਿ ਜਾ। ਮਨਮੁਖ ਪੁਰਖ ਪਰਮਾਤਮਾ ਨੂੰ ਆਪਣੇ ਨੇੜੇ ਨਹੀਂ ਦੇਖਦਾ, ਜਿਸ ਕਰਕੇ ਉਹ ਪਰਾਏ ਘਰਾਂ ਦੇ ਵਿੱਚ ਵਿਭਚਾਰ ਕਰਨ ਲਈ ਚੋਰੀ ਕਰਨ ਵਾਸਤੇ ਜਾਂਦਾ ਹੈ, ਕੰਧਾਂ ਕੋਲੇ ਟੱਪਦਾ ਹੈ। ਦਰ ਬਹੀਰੈ ਮਿਥਿਆ ਕਰ ਖਾ, ਧਨ ਨੂੰ ਚੁਰਾਉਂਦਾ ਹੈ ਤੇ ਝੂਠ ਬੋਲ ਕੇ ਭੋਜਨ ਖਾਂਦਾ ਹੈ। ਠਗਾਵਰੀ ਅਰ ਸੰਗ ਨਾ ਜਾਣਿਆ, ਮਹਾਰਾਜ ਦਾ ਬਚਨ ਹੈ ਕੂੜ ਬੋਲ ਮੁਰਦਾਰ ਖਾਈ। ਉਹ ਲੋਕ ਮੁਰਦੇ ਨੂੰ ਹੱਥ ਨਹੀਂ ਲਾਉਂਦੇ, ਟੱਚ ਨਹੀਂ ਕਰਦੇ। ਕਿਤੇ ਸੰਸਕਾਰ ਕਰਾਉਣ ਜਾਣ ਆ ਕੇ ਕੱਪੜੇ ਬਾਥਰੂਮ 'ਚ ਸੁੱਟ ਦਿੰਦੇ ਨੇ, ਕੇਸੀ ਨਹਾ ਕੇ ਕੱਪੜੇ ਧੋ ਕੇ ਪਾਣੀ 'ਚੋਂ ਕੱਢ ਕੇ ਫੇਰ ਬਾਹਰ ਨਿਕਲਦੇ ਨੇ। ਕਹਿੰਦੇ ਪਰੇ ਹੋ ਜਾਓ, ਜਿੱਥੇ ਮਰਦਾ ਹੋਵੇ ਉਹ ਘਰ ਨੂੰ ਧੋਂਦੇ ਨੇ, ਭਾਵੇਂ ਸਗਾ ਪਿਓ ਹੀ ਕਿਉਂ ਨਾ ਹੋਏ, ਮਾਫ ਕਰਨਾ। ਪਰ ਮਰਿਆਂ ਨੂੰ ਖਾਂਦੇ ਨੇ। ਦੱਸੋ ਕਿੰਨੀ ਹੈਰਾਨੀ ਦੀ ਗੱਲ ਹੈ। ਮਰੇ ਦੇ ਨੇੜੇ ਨਹੀਂ ਜਾਂਦੇ ਤੇ ਮਾਰ ਕੇ ਖਾਂਦੇ ਨੇ। ਢਿੱਡ 'ਚ ਜਾ ਕੇ ਢਿੱਡ ਕਿੱਥੋਂ ਪਵਿੱਤਰ ਰਹੂਗਾ। ਇੱਕ ਕਾਜੀ ਕੁਕੜੀ ਜੇਵਾ ਕਰ ਰਿਹਾ ਸੀਗਾ, ਉਹ ਗਰਮ ਗਰਮ ਕੁਕੜੀ ਉਹਦੇ ਹੱਥੋਂ ਛੁੱਟ ਗਈ, ਖੂਨ ਦੇ ਛਿੱਟੇ ਉਹਦੇ ਚਿੱਟੇ ਚੋਲੇ ਤੇ ਪੈ ਗਏ ਤੇ ਉਹਨੇ ਕੱਪੜੇ ਲਾ ਕੇ ਥੂ ਥੂ ਕਰਕੇ ਨਹਾ ਧੋ ਕੇ ਨਵੇਂ ਕੱਪੜੇ ਪਹਿਨ ਲਏ। ਮਰ ਕਹਿੰਦੇ ਵਾਹ ਉਹੀ ਕਾਜੀ, ਪਹਿਲੇ ਕੱਪੜਿਆਂ ਨੂੰ ਕੀ ਹੋ ਗਿਆ? ਕਹਿੰਦਾ ਜੀ ਖੂਨ ਦੇ ਛਿੱਟੇ ਪੈ ਕੇ ਪਵਿੱਤਰ ਹੋ ਗਏ। ਮਾਰੇ ਕਹਿੰਦੇ ਉਹ ਭਲਿਆ ਮਾਨਸਾ, ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ। ਮੈਂ ਆਪਦੀਆਂ ਅੱਖਾਂ ਨਾਲ ਵੇਖਿਆ, ਬੱਕਰਾ ਵੱਢ ਕੇ ਸਾਡੀ ਕੈਟਾਗਰੀ ਦੇ ਬੰਦੇ ਹੀ ਉਹ ਗੱਡ ਗੱਡ ਕਰਕੇ ਖੂਨ ਪੀ ਜਾਂਦੇ ਬੱਕਰੇ ਦਾ। ਉਹ ਜਦੋਂ ਗਲਾ ਵੱਢਦੇ ਉਹਦੇ ਅੱਗੇ ਉਹ ਆਪਦਾ ਭਾਂਡਾ ਬਾਟਾ ਲਾ ਦਿੰਦੇ ਸਰਬਲੋਹ ਦਾ, ਤੇ ਉਹ ਬਾਟਾ ਭਰ ਕੇ ਪਤਾ ਨਹੀਂ ਰਾਖਸ਼ ਦੈਂਤ ਨੇ ਜਾਂ ਬੰਦੇ ਨੇ, ਮੈਨੂੰ ਤਾਂ ਸਮਝ ਨਹੀਂ ਆਈ ਉਹਨਾਂ ਦੇ। ਉਹ ਬਾਟਾ ਮੂੰਹ ਨੂੰ ਲਾ ਕੇ ਉਹ ਸਿੱਧਾ ਹੀ ਖੂਨ ਪੀ ਜਾਂਦੇ ਡਾਇਰੈਕਟਲੀ।
दसो किन्नी हासोहीनी बात है। वो कहते सूतक पातक है, मरे दे नज़दीक नहीं जाना जी, अपवित्र हो गए जी। तो इसलिए महाराज कहते जे रत लगे कपड़ है जामा हुए पलीत, जो रत पीवै मानसा तिन क्यों निर्मल चीत। ਜਿਹੜੇ ਬੰਦੇ खून पींदे ने दसो उन्हां दा चित्त निर्मल रहूगा? बिल्कुल गलत गल है, चित्त नहीं निर्मल रह सकता। ਉਹ ਤਾਂ ਕਹਿੰਦੇ ਵੀ ਮੁਰਦਾ ਪਵਿੱਤਰ ਹੈ, ਉਹ ਤੁਸੀਂ ਮਾਰ ਕੇ ਖਾਂਦੇ ਹੋ, ਹਿਰਦਾ ਕਿੱਥੋਂ ਪਵਿੱਤਰ ਰਹਿ ਸਕਦਾ। ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਖਾਂਦੇ ਪੀਂਦੇ ਵੀ ਕਹਿੰਦੇ ਹੋ ਕਿ ਅਸੀਂ ਬੜੇ ਮੁਨੀਵਰ श्रेष्ठ महात्मा, ਫਿਰ ਕਸਾਈ ਕਿਹਨੂੰ ਆਖੋਗੇ। ਇਸ ਲਈ ਕੂੜ ਬੋਲ ਮੁਰਦਾਰ ਖਾਏ। ਜਿੰਨੇ ਝੂਠ ਬੋਲਿਆ ਸਮਝ ਲਓ ਮੁਰਦਾ ਖਾ ਲਿਆ, ਯਾਨੀ ਮੁਰਦਾ ਖਾਣਾ ਮਾੜਾ। ਤਾਂ ਹੀ ਮਹਾਰਾਜ ਨੇ ਉਸ दृष्टान दिता है, अवरी नो समझावन जाए, मुठा आप मुहाई साथे, नानक ऐसा गू जापे। दरब हिरै मिथ्या कर खाए, धन नूं चराउंदा ते झूठ बोल के भोजन खांदा है। गौरी हर संग ना जानिया, मनमुख नूं मोह रूपी ठग बूटी पई हुई है, जिस करके उसने हरि परमात्मा नूं अपने नाल वसदा नहीं जानिया। बाज गुरु है परम भुलानिया, सतगुरु नूं धारन तो बिना भरम दे विच ही भुलिया रहिंदा है। ना जाने बोले झूठ बंदा वो बोलता है जिहड़ा परमात्मा नूं नेड़े नहीं जानदा। मनमुख पुरख परमात्मा नूं अपने नेड़े वसदा नहीं जानदा, इस करके वो झूठ बोलता रहिंदा है। माया मोहे मुठा है मूड, वो बेसमझ माया दे मोह दे विच ही लुटिया होया है। वेखो बरगाड़ी कांड होया, बेड़ा गर्क उन्हां लोकां दा जिहड़े बेदबी करके मुड़ के झूठ बोल के आप दा बचाव करना चाहुंदे ने। 1984 विच 31 अक्तूबर नूं भाणा होया। उस तो बाद राजीव गांधी की सरपरस्ती हेठ दिल्ली कतलेआम होया। अज तक दुनिया झूठ बोल बोल के जेलों दे विच तां की जाना, बचाओ तां की करना, कुर्सियां दा आनंद माण रही है दुनिया। ये झूठ की दुनिया, सच बोलोगे कोई तुहानू नहीं मनेगा, जे झूठियां दा साथ दोगे तो जय जयकार है, क्योंकि कलयुग झूठ का राज। इस वास्ते महाराज कहते भी रब नूं नेड़े नहीं जानते, झूठ बोलते, ये नहीं समझते भी जान रब नूं देनी, रब ने उत्ते लेखा लेना है। अंतर वस्त दे संतर जा, ये समझ माया दे मोह च लुटिया होया। इस हिरदे दे अंदर ही चेतन सत्ता रूपी वस्तु है या प्रभुता हिरदे दे अंदर ही वस रहा, पर मनमुख जीव बाहर दिशावां दे अंदर या देशांतरां विच भालन लई जांदा है। बाज गुरु है परम भुलाय, गुरु साहब जी नूं धारण कीते तो बिना वो माया दे मोह करके भरम दे विच भुलिया रहिंदा है। जिस मस्तक कर्म लिखिया लिलाट, जिस दे मथे ते श्रोमणी भाग लिखिया होया है। सतगुर सेवे खुले कपाट, ओही सतगुरां नूं सेवना करदा ते उसे दे ही पंजां कोशां रूपी कपाट तख्ते खुलदे हन, और अंदर ते बाहरों वाहिगुरु जी नूं देख लैंदा है। अंतर बाहर निकटे सोय, फिर उसनूं हिरदे दे विच भी ते बाहर संसार विच भी वो परमात्मा नेड़े तो नेड़े प्रतीत हुंदा है। नानक आवे ना जावे को, सतगुरु महाराज साहब जी कथन करते हैं कि उन्हां दी दृष्टि विच ना कोई आउंदा ते ना ही कोई जमदा, भाव जमदा मरदा प्रतीत नहीं हुंदा है। उन्हां दे भाणे सो ब्रह्म दीसै ब्रह्म सुनिए,
एक एक वखाणी है। आत्म बसारा करनहारा प्रभ बिना नहीं जानी है। कौन मुआ रे कौन मुआ, ब्रह्म ज्ञानी मिल करो विचारा, इहो तो चलत पया रहाओ। ये तो एक कौतक है। सो आपे ही परमात्मा सो जीवां नूं जन्म दिंदा है, आपे ही वो लै जांदा है। परमात्मा आप दी अंश आत्मा ओनों सो शरीरां दे विच पा के आप ही कौतक रचा रिहा है सबनां दे विच। एक वाहिगुरु जी दी जोत, कबीर तू करता तू हुआ, मुझ में रहा ना हूँ, जब आपा बरका मिट गया, जत देखो तत तू। ये आखिरी अवस्था है जो महाराज ने ब्रह्म ज्ञान का शब्द उचारिया है। ये ब्रह्म ज्ञान का शब्द है। एक बार महापुरख बाबा सुंदर सिंह जी खालसा पिंडा वाले गड़वा फड़ के बाबा बिशन सिंह जी उमराले वालियां दे पिछे पिछे जंगल दे विच गए, जिथे बैठ के वो भजन कर रहे सन। गड़वा रख के आप भी थोड़ी दूर चौंकड़ा मार के सिमरन दे विच जुड़ गए। ਇਹੋ जी समाधि लगी। बाबा बिशन सिंह जी उठे, उन्होंने देखिया कि चार चुफेरे श्री गुरु नानक देव जी महाराज का स्वरूप प्रगट होया है। ते हुण कदम किथे रखीए? उन्होंने सिर हेठा ते पैर उपर नूं करके कपाल भाती आसन ला लिया ते उच्ची आवाज में कहा कि बाबा सुंदर सिंह जी अखां खोलो। श्री गुरु नानक देव जी महाराज नूं आपने प्रगट किया होया है। हुण दसो मैं पैर कित्थे रखा? कोई जगह ही नहीं पैर रखने वाली। उस वक्त महापुरख उठे, कहंदे हाँ जी की हुक्म है? कहंदे तू तो मेरे तो भी वध प्यार वाली अवस्था में चला गया। ये जिहड़ा स्वरूप है महाराज का, इनू हिरदे विच लुका के रखो। बाहर तो संसारा कर बिरती विच वरतना पैंदा है। इंज ये ब्रह्म ज्ञानियों की अवस्था है। सो नानक ब्रह्म ज्ञानी आप परमेश्वर, उन्हें परमेश्वर वेखना था कि वह खुद आप ही परमेश्वर का रूप बन जाता। कबीर तू करता तू हुआ, मुझ में रहा ना हूँ, जब आपा बरका मिट गया, जा देखो ता तू। ऐसी महापुरखों की अवस्था है। ये महाराज ने शुभ पावन ब्रह्म ज्ञान का उपदेश बख्शिया। आओ अरदास करिए, साढ़े हिरदियां च वस जाए। किनका एक जिस जी बसावे, ताकि महिमा गणी ना आवे। भुलां चुका क्षमा करो जी। अगे दो समत बख्शो। जिस मस्तक कर्म लिखिया लीला, सतगुर सेवे खुले कपाट, अंतर बाहर निकटे सो, जन नानक आवे न जावे कोई। वाहिगुरु जी का खालसा,